ਜਿਹੜੇ ਆਲਰੇਡੀ ਇੱਥੇ ਹੈਗੇ ਆ ਐਕਸਪੀਰੀਅੰਸਡ ਆ ਟੈਕਸ ਪੇ ਕਰਦੇ ਪਏ ਆ ਪਰ ਉਹਨਾਂ ਦੇ ਐਕਸਪਾਇਰ ਹੋ ਰਹੇ ਆ ਵੀਜ਼ਾ ਪਰਮਿਟਸ ਤੇ ਉਹਨਾਂ ਨੂੰ ਕੋਈ ਨਹੀਂ ਚਾਂਸ ਉਹਨਾਂ ਵਾਸਤੇ। Generally speaking, ਤੁਹਾਡੇ ਕੋਲ ਬੇਸਿਕਲੀ ਦੋ ਆਪਸ਼ਨਸ ਹੈਗੇ ਨੇ। ਇੱਕ ਹੈਗੀ ਕਿ ਤੁਸੀਂ ਆਪਣਾ ਵਰਕ ਪਰਮਿਟ ਕੋਈ ਤਰੀਕੇ ਨਾਲ ਐਕਸਟੈਂਡ ਕਰੋ। Now your second option is ਤੁਸੀਂ ਆਰਾਮ ਨਾਲ ਘਰੇ ਜਾਓ। Yeah, oh my goodness. It's the reality. I say this often ਜਦੋਂ ਅਸੀਂ consultations ਕਰਦੇ ਨੇ ਕਿਉਂਕਿ this week I think ਇੱਕ ਬਹੁਤ ਵੱਡੀ legislative change ਹੋਗਾ immigration ਦੇ ਵਿੱਚ through what is called Bill C-12 ਵੱਡੇ changes ਹੋਣ ਵਾਲੇ ਨੇ with immigration, especially in deportations. ਅੱਛਾ, ਐਕਸਪ੍ਰੈਸ ਐਂਟਰੀ ਦੀ ਅਨਾਉਂਸਮੈਂਟ ਹੋਈ ਆ ਮਿਨਿਸਟਰ ਡੀਐਮ ਨੇ ਕੀਤੀ ਹੈ ਪਿਛਲੇ ਦਿਨੀ, ਉਹਦਾ ਕੀ ਮਤਲਬ ਹੈ ਤੇ ਸਾਨੂੰ ਜਾਂ ਸਾਡੀ ਕਮਿਊਨਿਟੀ ਨੂੰ ਸਾਡੇ ਸੁਣਨ ਵਾਲਿਆਂ ਨੂੰ ਕੀ ਫਾਇਦਾ ਨਫਾ ਨੁਕਸਾਨ ਹੈ? ਅਸੀਂ ਪਿੱਛੇ 7-8 ਸਾਲ ਦਾ ਜੋ ਪਾਲਿਸੀਜ਼ ਹੈਗੇ ਸੀ this is kind of ਹੁਣ ਸਾਫ ਸਫਾਈ ਹੋ ਕਰ ਰਹੇ ਨੇ and unfortunately ਜੋ ਬੰਦੇ ਪਿੱਛੇ policies through ਆਏ ਸੀ they're going to be left behind. It's just the reality. So ਹੁਣ ਜਿਹੜੇ ਕਿਸਮ ਦੇ ਜਿਹੜੀ ਟਾਈਪ ਦੇ ਇਹਨਾਂ ਨੂੰ ਇਮੀਗ੍ਰੈਂਟਸ ਚਾਹੀਦੇ ਨੇ ਉਹ ਵੀ ਹੁਣ ਕੈਟਾਗਰੀ ਚੇਂਜ ਹੋ ਗਈ ਹੈ। ਹੁਣ ਇਹ ਡਾਕਟਰਸ ਤੇ ਹੋਰ ਜ਼ਿਆਦਾ ਇਦਾਂ ਦੇ ਬੰਦਿਆਂ ਨੂੰ ਬੁਲਾਉਣਾ ਚਾਹੁੰਦੇ ਨੇ। Is there a plan ਕਿ ਜੇ ਅਸੀਂ ਇੰਨੇ ਸਾਰੇ ਡਾਕਟਰਸ ਹਰ ਸਾਲ ਬੁਲਾਉਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਛੇਤੀ ਇੱਕ ਲਾਇਸੈਂਸ ਵੀ ਮਿਲ ਸਕਦਾ, right, that they can transfer their license ਕਿਉਂਕਿ foreign credential recognition ਤਾਂ ਹੁਣ ਬਹੁਤ ਵੱਡੀ ਇਸ਼ੂ ਹੈਗੀ ਹੈ ਕੈਨੇਡਾ ਵਿੱਚ। But at the end of the day you can bring as many professionals but ਜੇ ਤੁਸੀਂ ਉਹਨਾਂ ਦਾ ਹੁਣ ਲਾਇਸੈਂਸਸ ਇੱਥੇ ਟ੍ਰਾਂਸਫਰ ਨਹੀਂ ਕਰਵਾ ਸਕਦੇ ਨੇ then what's the point? ਸੋ ਕੀ ਹੋ ਰਿਹਾ ਹੁਣ? ਅਲਬਰਟਾ ਦਾ ਰੈਫਰੈਂਡਮ ਦਾ ਰੌਲਾ ਪੈ ਗਿਆ ਤੇ ਇਮੀਗ੍ਰੇਸ਼ਨ ਨਾਲ ਜੁੜਿਆ ਹੋਇਆ ਮਸਲਾ ਹੈ। ਜਦੋਂ ਕੋਈ ਇੱਕ ਡੈਫਿਸਿਟ ਦੀ ਗੱਲ ਹੁੰਦੀ ਹੈ ਬਜਟ ਦੇ ਵਿੱਚ maybe they need a scapegoat. Yeah. You know, and immigration's the easy one in Alberta. Yeah, ਇਹਦੇ ਤੇ ਛੇਤੀ ਗੱਲ ਹੋ ਜਾਂਦੀ ਹੈ। I don't think ਕਿ ਅਸੀਂ immigration ਨੂੰ ਇੱਕ ਕੱਲਾ excuse ਬਣਾ ਸਕਦੇ ਨੇ ਜਾਂ ਇੱਕ ਕੱਲਾ solution. It's not the sole problem. It's not the sole solution. It is necessary in our country. We are built by immigrants. I can keep saying it over and over and I'm going ਤੇ ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਜਿਵੇਂ ਕਿ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਜੀ, ਅੱਜ ਅਸੀਂ ਰਿਕੁਐਸਟ ਕੀਤੀ ਹੈ ਇਮੀਗ੍ਰੇਸ਼ਨ ਮਾਮਲਿਆਂ ਦੇ ਵਕੀਲ ਐਡਵੋਕੇਟ ਜਤਿਨ ਸ਼ੋਰੀ ਉਹਨਾਂ ਨੂੰ, ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਸ਼ਾਮਲ ਨੇ। ਇਮੀਗ੍ਰੇਸ਼ਨ ਨਾਲ ਰਿਲੇਟਡ ਅਸੀਂ ਗੱਲਬਾਤ ਉਹਨਾਂ ਨਾਲ ਕਰਾਂਗੇ। ਸ਼ੋਰੀ ਸਾਹਿਬ ਤੁਹਾਡਾ ਬਹੁਤ ਸਵਾਗਤ ਜੀ, ਆਇਆਂ ਨੂੰ ਵੈਲਕਮ, ਵੈਰੀ ਗੁੱਡ ਮਾਰਨਿੰਗ। Good morning. ਠੀਕ ਹੋ? ਬਿਲਕੁਲ, ਬਹੁਤ ਵਧੀਆ। ਸੋ ਕੀ ਹੋ ਰਿਹਾ ਹੁਣ? ਅਲਬਰਟਾ ਦਾ ਰੈਫਰੈਂਡਮ ਦਾ ਰੌਲਾ ਪੈ ਗਿਆ ਤੇ ਇਮੀਗ੍ਰੇਸ਼ਨ ਨਾਲ ਜੁੜਿਆ ਹੋਇਆ ਮਸਲਾ ਹੈ। Yeah, ਬਹੁਤ interesting news. See, I honestly did not expect it. I don't know ਜੇ generally public ਇਹ ਗੱਲ expect ਕਰਦੇ ਸੀ ਜਾਂ ਨਹੀਂ, but yeah, I guess the news is out. ਹੁਣ ਸਾਡੇ ਜੋ provincial government ਹੈਗੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਅਕਤੂਬਰ ਵਿੱਚ referendum ਰਖਵਾਉਣਾ ਚਾਹੁੰਦੇ ਨੇ। I think this is the second referendum ਜੋ ਅਸੀਂ ਪਿਛਲੇ 5-6 ਸਾਲ ਵਿੱਚ ਦੇਖਿਆ। But this one's very unique. ਕਿਉਂਕਿ ਇਹਦੇ ਵਿੱਚ ਕਾਫੀ I think 2-3 ਗੱਲਾਂ ਹੈਗੇ ਨੇ। Of course immigration ਦੀ ਗੱਲਾਂ ਚੱਲ ਰਹੇ ਨੇ, ਦੂਜੇ ਗੱਲਾਂ ਹੁਣ constitutional ਵਾਲੇ ਸਵਾਲ ਪੁੱਛ ਰਹੇ ਨੇ, ਕਹਿ ਰਹੇ ਨੇ ਕਿ ਅਸੀਂ judges ਨੂੰ ਸ਼ਾਇਦ provincially banana ਚਾਹੁੰਦੇ ਨੇ, not federally. And I forget the third. I think services about it. ਉਹ ਕੋਈ ਗੱਲ ਕਰ ਰਹੇ ਸੀ ਕਿ how do we manage our services? Again, immigration ਦੇ ਨਾਲ। I wonder, you know, ਇਹਦੇ ਪਿੱਛੇ ਕੀ motivation ਹੋ ਸਕਦਾ? It's I can understand ਕਿ and I think ਸਾਡੇ ਜੋ premier ਸਮਿਥ ਹੈਗੇ ਨੇ ਉਹਨਾਂ ਨੇ ਇਹ ਗੱਲ ਤਾਂ at least properly ਦਿਖਾਇਆ ਸੀ in my opinion ਕਿ look, oil prices are going down, right? ਸਾਡਾ ਹੁਣ deficit ਹੋਗਾ budget ਜੇ ਅਸੀਂ budget ਦੇ ਬਾਰੇ ਸੋਚਦੇ ਨੇ, but I don't know if I agree 100% with immigration. And what I mean is ਕਿ ਅਸੀਂ I don't think ਕਿ ਅਸੀਂ immigration ਨੂੰ ਇੱਕ ਕੱਲਾ excuse ਬਣਾ ਸਕਦੇ ਨੇ ਜਾਂ ਇੱਕ ਕੱਲਾ solution. It's not the sole problem. It's not the sole solution, right? I agree ਕਿ ਸ਼ਾਇਦ immigration ਇੱਕ contributing factor ਸੀ because ਇਹ ਜੋ immigration ਦੀ ਗੱਲ ਅਸੀਂ ਕਰਦੇ ਨੇ, what I'm talking about, just to be clear, international immigration ਜੋ ਬੰਦੇ ਬਾਹਰ ਤੋਂ ਇੱਥੇ ਆ ਰਹੇ ਨੇ, and then domestic migration too. Right? ਜੋ ਬੰਦੇ maybe Ontario, BC, Quebec ਉਹ ਆਉਂਦੇ ਨੇ ਫਿਰ eventually ਉਹ ਇੱਥੇ ਵੀ shift ਹੋ ਜਾਂਦੇ ਨੇ। We saw a lot of federal policy at the end of the day. ਜੋ especially Trudeau government ਦਾ ਜੋ policies ਹੈਗੇ ਸੀ, we saw a lot of, I think, and I've said this before, but it feels like out of control. ਸਾਡਾ ਜੋ immigration systems ਹੈਗੇ ਨੇ, there wasn't a strategy. ਇੱਦਾਂ you know ਕਦੋਂ ਇੱਦਾਂ ਲੱਗਦਾ ਸੀ ਕਿ immigration is too predictable. ਜੀ, ਕਿ ਤੁਸੀਂ ਬਸ
ਇਹ 3-4 ਸਟੈਪਸ ਫੋਲੋ ਕਰਕੇ 100% PR ਤੁਸੀਂ ਬਣ ਸਕਦੇ ਨੇ ਆਈ ਨੋ ਕਾਫੀ ਲੋਕ ਹੈਗੇ ਨੇ ਜੋ ਪਿਛਲੇ 2-3 ਸਾਲਾਂ ਵਿੱਚ ਇਹੀ ਸੇਮ ਸੋਚ ਨਾਲ ਇੱਥੇ ਆਏ ਨੇ and now I know we're going to talk about it, but when passage, obviously with the new policies. But this referendum, I guess, when Premier Smith keh rahe si ke unhone kafi, provincially meetings rakhe si. I forget the name, Alberta First. Yeah, the kuch na si one of the meetings though, but. Alberta separatist today. Hanji, separatist, but I think generally policy galla kar rahe si, from what it sounds like at least, but. ਉਹਨਾਂ ਦਾ position ਹੈ ਸੀ ਕਿ I think that's the number one issue immigration ਦਾ ਸੀ so if that's the position ਅਸੀਂ ਦੇਖ ਲਾਂਗੇ ਕਿ October ਇਹ same issues ਹੈਗੇ ਨੇ ਜਾਂ ਨਹੀਂ because I mean there's a lot of things happening nationally ਅਸੀਂ ਇਹੀ ਗੱਲ ਸੁਣ ਰਹੇ ਕਿ maybe April May ਦੇ ਵਿੱਚ federal election ਦੀ ਗੱਲਾਂ ਸ਼ੁਰੂ ਹੋ ਜਾਵਾਂਗੇ right are the same issues going to still be there in October I don't know and naturally ਜਦੋਂ ਕੋਈ ਇੱਕ ਡੈਫਿਸਿਟ ਦੀ ਗੱਲ ਹੁੰਦੀ ਹੈ ਬਜਟ ਦੇ ਵਿੱਚ maybe they need a scapegoat and immigration is the easy one in Alberta ਇਹਦੇ ਤੇ ਛੇਤੀ ਗੱਲ ਹੋ ਜਾਂਦੀ ਹੈ ਅੱਛਾ ਐਕਸਪ੍ਰੈਸ ਐਂਟਰੀ ਦੀ ਅਨਾਉਂਸਮੈਂਟ ਹੋਈ ਆ ਮਿਨਿਸਟਰ ਡੀਐਮ ਨੇ ਕੀਤੀ ਹੈ ਪਿਛਲੇ ਦਿਨੀ ਉਹਦਾ ਕੀ ਮਤਲਬ ਹੈ ਤੇ ਸਾਨੂੰ ਜਾਂ ਸਾਡੀ ਕਮਿਊਨਿਟੀ ਨੂੰ ਸਾਡੇ ਸੁਣਨ ਵਾਲਿਆਂ ਨੂੰ ਕੀ ਫਾਇਦਾ ਨਫਾ ਨੁਕਸਾਨ ਹੈ well look I think everyone understands in this country that economic immigration, majority numbers economic immigration to aande ne jadon se PR de bare sochte ne and of course temporary foreign workers like it is necessary in our country we are built by immigrants I can keep saying it over and over and I mean मैं जानता कि मैं immigration the vakil and I understand मेरा biases है कि इस right national boards that be better than and when we see these conversations on a regular basis I think ਇਹ ਜੋ express entry ਜੋ recent announcements ਹੋਏ ਸੀ it's very much in the same tune ਜੋ ਅਸੀਂ ਪਿਛਲੇ ਸਾਲ ਹੁਣ ਦੇਖ ਰਹੇ ਨੇ category based selection ਹੁਣ government ਇਹ ਕਹਿ ਰਹੇ ਨੇ ਕਿ ਦੇਖੋ ਅਸੀਂ specific industries ਤੇ focus ਕਰਨਾ ਚਾਹੁੰਦੇ ਨੇ now ਹੁਣ aerospace defense researchers ਇਹ ਸਾਰੀ ਗੱਲਾਂ ਹੁਣ ਸ਼ੁਰੂ ਕੀਤਾ and that's okay it's important ਕਿ globally ਜਿੱਥੇ ਮੈਨੂੰ ਲੱਗ ਰਿਹਾ ਕਿ ਕੈਨੇਡਾ ਦਾ ਹੁਣ ਗਲੋਬਲ ਬ੍ਰਾਂਡ ਜੇ ਅਸੀਂ ਕਹਿੰਦੇ ਨੇ ਉਹ ਇੰਨਾ ਹੁਣ ਮਤਲਬ ਛੋਟਾ ਹੋ ਗਿਆ it's becoming a negative brand globally ਕਿ ਇਸ ਤਰੀਕੇ ਨਾਲ at least federal government overseas ਕਹਿ ਸਕਦੇ ਨੇ ਦੇਖੋ ਜੋ ਬੰਦੇ ਇਸ ਫੀਲਡ ਵਿੱਚ ਕੰਮ ਕਰ ਰਹੇ ਨੇ we are ready to welcome you we are ready to focus on this industry ਕਿਉਂਕਿ at least ਸਾਡੇ economy ਵਾਸਤੇ ਇਹ priority industries ਹੁਣ ਬਣ ਗਏ so in one end it's definitely a good clear explanation ਕਿ ਚਲੋ now you can understand ਕਿ ਜੇ ਤੁਸੀਂ ਇਹ industries ਵਿੱਚ ਕੰਮ ਕਰਦੇ ਹੋ at least ਕੋਈ chances ਤਾਂ ਹੈਗੇ ਨੇ ਕੈਨੇਡਾ ਵਿੱਚ ਨਾਲ ਜੋ work permit study permit right ਜੋ ਹੁਣ ਨਵਾਂ requirements ਆ ਰਹੇ ਨੇ for post graduation work permits ਕਿ ਤੁਸੀਂ ਇਹ specific fields ਵਿੱਚ studies ਕਰਨਾ ਫਿਰ ਉਸ ਤੋਂ ਬਾਅਦ ਤੁਸੀਂ post graduation work permit ਬਣਾ ਸਕਦੇ ਨੇ it's all starting to kind of come together slowly but at the same time ਅਸੀਂ ਪਿੱਛੇ let's say 7-8 ਸਾਲ ਦਾ ਜੋ policies ਹੈਗੇ ਸੀ this is kind of ਹੁਣ ਸਾਫ ਸਫਾਈ ਉਹ ਕਰ ਰਹੇ ਨੇ and unfortunately ਜੋ ਬੰਦੇ ਪਿੱਛੇ policies through ਆਏ ਸੀ they're going to be left behind it's just the reality it's a lot I know it's a lot it's really so ਹੁਣ ਜਿਹੜੇ ਕਿਸਮ ਦੇ ਜਿਹੜੀ ਟਾਈਪ ਦੇ ਇਹਨਾਂ ਨੂੰ ਇਮੀਗ੍ਰੈਂਟਸ ਚਾਹੀਦੇ ਨੇ ਉਹ ਵੀ ਹੁਣ ਕੈਟਾਗਰੀ ਚੇਂਜ ਹੋ ਗਈ ਹੈ ਹੁਣ ਇਹ ਡਾਕਟਰਸ ਤੇ ਹੋਰ ਜ਼ਿਆਦਾ ਇਦਾਂ ਦੇ ਬੰਦਿਆਂ ਨੂੰ ਬੁਲਾਉਣਾ ਚਾਹੁੰਦੇ ਨੇ it's totally fine ਜੇ ਤੁਸੀਂ ਡਾਕਟਰਸ ਨੂੰ ਬੁਲਾਉਣਾ ਚਾਹੁੰਦੇ ਨੇ for example let's talk about doctors but ਫਿਰ ਅਸੀਂ ਲਾਇਸੈਂਸਿੰਗ ਦੇ ਬਾਰੇ ਗੱਲ ਕਰਨਾ ਚਾਹੀਦਾ ਕਿਉਂਕਿ ਉਹ ਲਾਇਸੈਂਸਿੰਗ ਰਿਕੁਆਇਰਮੈਂਟਸ ਯੂਜੂਅਲੀ ਪ੍ਰੋਵਿੰਸ਼ੀਅਲ ਹੁਣ ਗੱਲਾਂ ਬਣਦੇ ਨੇ so is there a plan ਕਿ ਜੇ ਅਸੀਂ ਇੰਨੇ ਸਾਰੇ ਡਾਕਟਰਸ ਹਰ ਸਾਲ ਬੁਲਾਉਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਛੇਤੀ ਇੱਕ ਲਾਇਸੈਂਸ ਵੀ ਮਿਲ ਸਕਦਾ right that they can transfer their license because foreign credential recognition the hun bahut vadi issue hai Canada which I am seeing I think as in Ontario I believe ke hun nama fast track programs shuru ho rahe hain between these licensing boards which is great but at the end of the day you can bring as many professionals but je tusi ਉਹਨਾਂ ਦਾ ਹੁਣ licenses ਇੱਥੇ transfer ਨਹੀਂ ਕਰਵਾ ਸਕਦੇ ਨੇ then what's the point I suspect there's a plan around this like I would be very shocked
ਕਿ ਜੇ ਉਹ ਹੁਣ ਇਹ ਜੇ ਫੈਡਰਲ ਗਵਰਨਮੈਂਟ ਇਹ ਪਾਲਿਸੀਜ਼ ਕੈਟਾਗੋਰੀਜ਼ ਹੁਣ ਇੰਟਰੋਡਿਊਸ ਕਰ ਰਹੇ ਨੇ ਪਰ ਉਹਦੇ ਪਿੱਛੇ ਕੋਈ ਪਲਾਨ ਨਹੀਂ ਹੈਗਾ I would be quite shocked. Why would you introduce this? But I always think like, you know, ਇੱਕ ਪਾਸੇ definitely labor pool, labor force to focus ਹੋਣਾ ਚਾਹੀਦਾ. But I think something that's really interesting is ਕਿ ਅਸੀਂ ਹੁਣ especially ਜੇ ਅਸੀਂ mark Prime Minister Carney the ਹੁਣ international travels ਅਸੀਂ ਦੇਖਦੇ ਹਾਂ ਮੈਨੂੰ ਪਤਾ ਹੈ ਕਿ ਉਹ ਮਾਰਚ ਵਿੱਚ ਇੰਡੀਆ ਵੀ ਜਾ ਰਹੇ ਨੇ ਐਂਡ ਸ਼ਾਇਦ ਉੱਥੇ ਕੋਈ ਮਤਲਬ ਗੱਲ ਇਹ ਹੈਗੀ ਕਿ ਸ਼ਾਇਦ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਾਂ ਉਹਨਾਂ ਦਾ ਇੰਡੀਆ ਨਾਲ ਇੱਕ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲਾਂ ਹੁਣ officially ਕੋਈ ਮਤਲਬ ਸਾਫ਼ ਖਬਰ ਆਉਣਾ ਚਾਹੀਦਾ ਕਿ where are we going with this. But ਜੇ ਅਸੀਂ ਹੁਣ ਉਹਨਾਂ ਦੇ ਇੰਟਰਨੈਸ਼ਨਲ ਟਰੈਵਲਸ ਦੇਖਦੇ ਹਾਂ I'm always thinking ਕਿ well if you're traveling internationally ਫਿਰ ਤੁਸੀਂ ਇੱਥੇ ਕੋਈ entrepreneurs ਵੀ ਮਤਲਬ ਉਹਨਾਂ ਨੂੰ ਵੀ ਬੁਲਾਉਣ ਦੀ ਕੋਸ਼ਿਸ਼ ਕਰੋ right yeah definitely and immigration ਦੇ ਵਿੱਚ ਇਹ ਗੱਲ for now at least ਇਹ ਗੱਲ ਕਲੀਅਰ ਨਹੀਂ ਹੈ ਕਿ ਜੇ ਅਸੀਂ ਇੱਥੇ ਬਿਜ਼ਨਸਿਸ ਵੀ ਬੁਲਾਉਣਾ ਚਾਹੁੰਦੇ ਨੇ ਜੋ entrepreneurs ਹੈਗੇ ਜੋ ਇੱਥੇ ਹੁਣ ਨਵਾਂ jobs ਵੀ ਬਣਾ ਸਕਦੇ ਨੇ it's not just about because temporary foreign workers make a very small portion. I think Canadians, jo permanent residents, Canadian students, university students, college students, jo graduate kar rahe hain, unhon bhi opportunities hona chahiye kyunki inne sare hun bahar bhi dekh rahe hain Canada to. So it's a balance, right? At the end of the day, and I do wish them well, and we'll watch what happens. Yeah, that's true. ਤੇ ਜਤਨ ਜੀ ਇੱਕ ਹੋਰ ਦੱਸੋ ਕਿ ਇੱਕ ਵਾਰ ਗੱਲ ਚੱਲੀ ਸੀ ਪਰ ਉਹ ਚੱਲ ਕੇ ਖਤਮ ਹੋ ਗਈ ਮਾਰਕ ਮਿਲਰ ਹੋਣਾ ਨੇ ਚਲਾਈ ਸੀ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਸੀ ਕਿ ਅਸੀਂ ਜਿਹੜੇ ਇੱਥੇ ਆਲਰੇਡੀ ਸਾਡੇ ਕੋਲ ਬੈਠੇ ਆ ਉਹਨਾਂ ਨੇ ਕੈਨੇਡੀਅਨ ਐਕਸਪੀਰੀਅੰਸ ਲਿਆ ਆ ਟੈਕਸ ਪੇ ਕਰਦੇ ਆ ਉਹਨਾਂ ਨੂੰ ਕੋਈ ਇਮਿਊਨਿਟੀ ਮਿਲ ਜਾਏ ਕੋਈ ਖਾਸ ਤਰ੍ਹਾਂ ਦੀ ਉਹਨਾਂ ਲਈ ਅਸੀਂ ਕੁਝ ਕਰ ਸਕੀਏ ਇਸ ਤਰ੍ਹਾਂ ਦੀ ਦੁਬਾਰਾ ਕੋਈ ਗੱਲ ਨਹੀਂ ਹੋ ਰਹੀ ਜਾਂ ਉਹਨਾਂ ਨੂੰ ਕੋਈ ਜਿਹੜੇ ਆਲਰੇਡੀ ਇੱਥੇ ਹੈਗੇ ਆ ਐਕਸਪੀਰੀਅੰਸ ਆ ਟੈਕਸ ਪੇ ਕਰਦੇ ਪਏ ਆ ਪਰ ਉਹਨਾਂ ਦੇ ਐਕਸਪਾਇਰ ਹੋ ਰਹੇ ਆ ਵੀਜ਼ਾ ਪਰਮਿਟਸ ਤੇ ਉਹਨਾਂ ਨੂੰ ਕੋਈ ਨਹੀਂ ਚਾਂਸ ਉਹਨਾਂ ਵਾਸਤੇ No. Long story short, jo especially kyunki ਅਸੀਂ temporary foreign workers ਦੀ ਗੱਲ ਕਰ ਰਹੇ ਨੇ ਜੇ ਤੁਹਾਡੇ ਕੋਲ ਕੋਈ ਸਾਫ਼ clear ਮਤਲਬ ਕੋਈ ਰਾਸਤਾ ਹੈ ਨਹੀਂ for permanent residency ਜਾਂ PNP ਹੋ ਸਕਦਾ ਜਾਂ Federal Express Entry, Canadian Experience Class ਜੋ ਵੀ categories ਹੈਗੇ ਨੇ generally speaking ਤੁਹਾਡੇ ਕੋਲ basically ਦੋ options ਹੈਗੇ ਨੇ ਇੱਕ ਹੈਗੀ ਕਿ ਤੁਸੀਂ ਆਪਣਾ work permit ਕੋਈ ਤਰੀਕੇ ਨਾਲ extend ਕਰੋ closed work permits most of the time closed work permits the gal ho rahe ne now practically speaking je asi LMI de bare gal soch rahe ne the Service Canada or manage kar dene there's very high refusal rates yeah processing times bhi kafi lambi hai hogi ji 9 months 6 to 9 months comfortably now tusi mainu dasoge what business 6 ya 9 mahine de liye wait kar sakta hai for an employee that's true But if you can extend it, then you can extend it. At least it'll take away option to hegya for sure. But second gal ਇਹ ਹੈਗਾ ਕਿ ਜੇ ਤੁਸੀਂ ਇੱਥੇ ਪਰਿਵਾਰ ਦੇ ਨਾਲ ਆਏ ਨੇ ਬੱਚੇ ਹੈਗੇ ਨੇ husband wife ਹੈਗੇ ਨੇ ਜੋ ਵੀ ਗੱਲ ਆ it's not guaranteed ਕਿ ਤੁਹਾਡਾ ਹੁਣ next ਕੰਮ ਦੇ ਨਾਲ ਤੁਸੀਂ ਆਪਣੇ spouse ਜਾਂ ਬੱਚੇ ਨੇ ਉੱਥੇ ਰਖਵਾ ਸਕਦੇ ਨੇ because ਉੱਥੇ ਵੀ categories ਉੱਥੇ ਵੀ rules change ਹੋ ਗਏ ਸੀ last year. Now your second option is ਤੁਸੀਂ ਆਰਾਮ ਨਾਲ ਘਰੇ ਜਾਓ. Yeah, oh my goodness. It's the reality. I say this often. ਜਦੋਂ ਅਸੀਂ consultations ਕਰਦੇ ਨੇ you know people are paying me basically to tell them to go home. ਮੈਨੂੰ ਕਹਿੰਦਾ ਕਿ like I hear the story, I understand the situation and I'm not ਮੈਂ ਇਹ ਬਹੁਤ easily ਨਹੀਂ ਕਹਿ ਰਿਹਾ but sometimes the solution is now just go home ਕਿਉਂਕਿ ਇੰਨੇ ਸਾਰੇ ਬੰਦੇ ਹੈਗੇ ਨੇ ਜੋ ਇਹ vulnerable situation ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕ 2000 3000 4000 ਪੈਸੇ ਦੇਣ ਨੂੰ ਤਿਆਰ ਹੈਗੇ ਨੇ ਕਿਉਂਕਿ ਮੇਬੀ ਕੋਈ lawyer consultant ghost agent ਉਹਨਾਂ ਨੂੰ ਥੋੜਾ ਜਿਹਾ ਸੁਪਨੇ ਭੇਜਣ ਦੀ ਕੋਸ਼ਿਸ਼ ਕਰ ਰਹੇ ਨੇ right I'll give you just a little hope and then ਲੋਕ ਇਹ ਸੋਚਦੇ ਨੇ ਕਿ ਚਲੋ ਅਸੀਂ ਪੈਸੇ ਨੂੰ ਦੇਣ ਨੂੰ ਤਿਆਰ ਹੈਗੇ when the reality is you know what might be time to go home now ਤੇ ਹਰਜਿੰਦਰ ਜੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਸਵਾਲ ਜਾਣਦੇ ਆ ਜੀ ਹਰਜਿੰਦਰ ਜੀ ਹਾਂਜੀ ਰਿਸ਼ੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਵਾਲ ਇਹ ਸੀਗਾ ਜੀ ਜਿੱਦਾਂ ਰਿਫਿਊਜੀ ਸਟੇਟਸ ਮੈਂ 2021 ਦੇ ਸਟਾਰਟਿੰਗ ਦੇ ਵਿੱਚ ਜਦੋਂ ਕਰੋਨਾ ਖਤਮ ਹੋਇਆ ਸੀ ਉਦੋਂ ਅਪਲਾਈ ਕੀਤਾ ਸੀਗਾ ਜੀ ਤੇ ਕੀਤਾ ਤਾਂ ਟੋਰਾਂਟੋ ਸੀਗਾ ਬਾਅਦ ਚ ਇੱਥੇ ਮੇਰੀ ਫੈਮਿਲੀ ਮੇਰਾ ਬੇਟਾ ਬੇਟੀ ਉਹ ਸਾਰੇ ਸਿਟੀ ਜਾਂਦੇ ਆ ਤੇ ਮੈਂ ਤੇ ਮੇਰੀ ਵਾਈਫ ਨੇ ਗਏ ਜੇ ਏਦਾਂ ਹੀ ਆ ਹਵਾ ਦੇ ਵਿੱਚ ਹੀ ਤੇ ਉਹ ਅਪਲਾਈ ਕੀਤਾ ਸੀਗਾ ਜੀ ਉਹਨਾਂ ਬਾਰੇ ਕੋਈ ਸੋਰਸ ਕੋਈ ਹੈ ਸਕੋਪ ਕਿ 21 ਚ ਅਪਲਾਈ ਕੀਤਾ ਸੀ ਕੱਢ ਲੈਣਗੇ ਰੱਖ ਲੈਣਗੇ ਕੋਈ ਹੈ ਟਰੱਕ ਚਲਾਉਣਾ ਜੀ ਉਦਾਂ ਮੈਂ ਟੈਕਸ ਟੂਕਸ ਪੇ ਕਰਦਾ ਓਕੇ
ਇੱਕ ਸੈਕਿੰਡ ਹਾਂਜੀ Actually, ਮੇਰਾ ਇੱਕ follow-up ਸਵਾਲ ਸੀ, I don't know ਜੇ ਹਰਜਿੰਦਰ ਜੀ ਤੁਸੀਂ ਲਾਈਨ ਤੇ ਹੈਗੇ ਨੇ, but ਮੇਰਾ follow-up ਸਵਾਲ ਇਹ ਸੀ ਕਿ sorry ਤੁਸੀਂ ਉਹਨਾਂ ਨੇ ਮੰਨਿਆ ਸੀ ਤੁਹਾਡਾ ਕੇਸ ਉਹਨੇ ਐਕਸੈਪਟ ਕੀਤਾ ਸੀ ਜਾਂ ਨਹੀਂ, ਜਾਂ ਹਜੇ ਤੱਕ? ਹਾਂਜੀ ਮੇਰਾ ਕੇਸ ਤਾਂ ਮੇਰਾ ਨਹੀਂ ਐਕਸੈਪਟ ਜੇ ਕੋਰਟ ਮੇਰੀ ਡੇਟ ਨਹੀਂ ਜੀ ਪਈ ਕੋਈ ਵੀ, ਪਰ ਮੇਰਾ ਮੈਡੀਕਲ ਉਹ ਬਾਕੀ ਦਾ ਸਾਰਾ ਕੁਝ ਮੇਰੇ ਕੋਲ ਕਵਰ ਹੈ ਜੀ। That's what I mean, so ਹਜੇ ਤੱਕ ਤੁਹਾਡਾ ਕੋਰਟ ਵਿੱਚ ਕੋਈ ਗੱਲ ਨਹੀਂ ਹੋਇਆ? ਅਜੇ ਕੋਰਟ 'ਚ ਨਹੀਂ ਜੀ ਮੇਰੀ ਕੋਈ ਹੀਅਰਿੰਗ ਹੋਈ। So generally speaking ਕੀ ਹੋ ਰਿਹਾ ਕਿ refugee cases ਜੋ generally speaking processing time ਮਤਲਬ ਜਦੋਂ ਤੁਸੀਂ ਗੱਲ ਸ਼ੁਰੂ ਕਰਦੇ ਨੇ hearing ਤੱਕ usually 2-3 ਸਾਲ ਦਾ ਟਾਈਮ ਲੱਗ ਰਿਹਾ normally, they're even saying ਕਿ maybe 3-4 ਤੱਕ ਲੱਗ ਸਕਦਾ, but ਮੈਨੂੰ ਥੋੜਾ ਜਿਹਾ ਅਜੀਬ ਲੱਗਦਾ ਤੁਹਾਡਾ ਕੇਸ 2021 ਦੇ ਵਿੱਚ ਸ਼ੁਰੂ ਹੋਇਆ ਸੀ। now I don't know ਕਿ ਜੇ ਤੁਹਾਡੇ ਕੋਲ ਕੋਈ ਵਕੀਲ ਹੈਗੇ ਜਾਂ ਨਹੀਂ, but ਮੇਰਾ ਸੁਜੈਸ਼ਨ ਇੰਨਾ ਹੈਗਾ ਕਿ ਤੁਸੀਂ at least ਵਕੀਲ ਥਰੂ ਕੋਰਟ ਨਾਲ ਗੱਲ ਸ਼ੁਰੂ ਕਰਨਾ ਚਾਹੀਦਾ ਕਿ ਸਾਡਾ ਕੇਸ ਡੇਟ case the hearing date ਅਜੇ ਤੱਕ ਮਿਲਿਆ ਨਹੀਂ, because yeah like to be honest ਮੈਨੂੰ ਥੋੜਾ ਜਿਹਾ ਅਜੀਬ ਲੱਗਦਾ ਕਿ ਹੁਣ 4 ਸਾਲ ਖਤਮ ਹੋ ਗਏ, ਕਿਉਂਕਿ ਸਾਡੇ ਆਫਿਸ ਦੇ ਵਿੱਚ I can tell you ਕਿ ਜੋ 2023-24 cases ਹੈਗੇ ਨੇ ਉਹਨਾਂ ਦਾ ਡੇਟਸ ਹੁਣ ਅਸੀਂ ਹੁਣ ਸੈੱਟ ਕਰ ਰਹੇ ਨੇ ਇੱਥੇ ਅਲਬਰਟਾ ਦੇ ਵਿੱਚ। I understand also ਮੈਨੂੰ ਪਤਾ ਨਹੀਂ ਕਿ ਜੇ ਕੇਸ ਟੋਰਾਂਟੋ ਵਿੱਚ ਸ਼ੁਰੂ ਹੋਇਆ ਸੀ ਉਹ ਵੀ ਠੀਕ ਆ, but ਜਦੋਂ ਤੁਸੀਂ ਸ਼ਿਫਟ ਹੁੰਦੇ ਨੇ like for example ਹੁਣ ਤੁਸੀਂ ਕੈਲਗਰੀ ਆ ਗਏ for you know then ਉਹ ਕੇਸ ਵੀ ਤੁਸੀਂ ਇੱਥੇ ਸ਼ਿਫਟ ਕਰਾ ਸਕਦੇ ਨੇ, ਸ਼ਾਇਦ ਉਹਦੇ ਨਾਲ ਹੀਅਰਿੰਗ ਡੇਟ ਵੀ ਥੋੜਾ ਜਿਹਾ ਛੇਤੀ ਮਿਲ ਸਕਦਾ ਜਨਰਲੀ ਸਪੀਕਿੰਗ, ਕਿਉਂਕਿ ਆਬਵੀਅਸਲੀ ਤੁਹਾਡਾ ਪੂਰਾ ਕੇਸ ਬਾਰੇ ਮੈਂ ਜਾਣਦਾ ਨਹੀਂ, ਬਟ ਬਣ ਵੀ ਸਕਦਾ। yeah for sure like it's very weird ਕਿ ਹਜੇ ਤੱਕ ਹੀਅਰਿੰਗ ਡੇਟ ਨਹੀਂ ਮਿਲਿਆ। ਯਾ ਮਿਹਰਬਾਨੀ ਹਰਜਿੰਦਰ ਜੀ, ਥੈਂਕ ਯੂ। ਸ਼ਾਨ ਜੀ ਗੁੱਡ ਮਾਰਨਿੰਗ ਸਰ। ਜੀ ਗੁੱਡ ਮਾਰਨਿੰਗ ਸਰ ਪੇਰੈਂਟਸ ਨੂੰ ਇੱਥੇ ਬੁਲਾਉਣ ਵਾਸਤੇ ਕਿਆ ਕੋਈ ਏਜ ਰਿਸਟ੍ਰਿਕਸ਼ਨ ਹੈ ਉਹਨਾਂ ਦੀ, ਜਾਂ ਮੈਡੀਕਲ ਕਿੱਥੇ ਤੱਕ ਜਿਹੜਾ ਨਾ ਉਹ ਅਪਰੂਵਲ ਹੈ ਕਿ ਕੋਈ ਰਿਸਟ੍ਰਿਕਸ਼ਨ ਤੇ ਨਹੀਂ ਹੈ ਮਤਲਬ? ਔਰ ਸੈਕਿੰਡ ਚੀਜ਼ ਇਹ ਕਿ ਜੇ ਗ੍ਰੈਂਡ ਪੇਰੈਂਟਸ ਦੇ ਜਿਹੜੇ ਵੀਜ਼ੇ ਪਹਿਲੇ ਹੁੰਦੇ ਸੀ ਹੁਣ ਕਹਿੰਦੇ ਮੈਂ ਸੁਣਿਆ ਹੈ ਕਿ ਹੁਣ ਬੰਦ ਹੋ ਗਏ ਨੇ, ਜਿਹੜੇ ਬੱਚੇ ਬੁਲਾ ਸਕਦੇ ਨੇ, ਤੇ ਉਹਦੀ ਏਜ ਬੱਚਿਆਂ ਦੀ ਕੀ ਹੋਣੀ ਚਾਹੀਦੀ ਹੈ ਜੇ ਸਟਿਲ ਚੱਲ ਰਿਹਾ ਹੈ? ਜੇ ਹੋਲਡ ਤੇ ਹੈ ਤੇ ਕਿਆ ਇਹ ਦੁਬਾਰਾ ਓਪਨ ਹੋਏਗਾ? Very fair questions. ਜੋ ਤੁਹਾਡੇ ਪਹਿਲੇ ਸਵਾਲ ਹੈਗੇ ਸੀ, ਸੋ ਏਜ ਰਿਸਟ੍ਰਿਕਸ਼ਨ, ਮਾਂ ਬਾਪ ਦਾ ਕੋਈ ਏਜ ਰਿਸਟ੍ਰਿਕਸ਼ਨ ਨਹੀਂ ਹੈਗੇ। I think ਉਹ ਸਿੰਪਲ ਜਵਾਬ ਹੈਗਾ, ਬਟ ਮੈਡੀਕਲ ਐਕਚੁਅਲੀ ਉੱਥੇ ਡੈਫੀਨਿਟਲੀ ਕੰਪਲਿਕੇਸ਼ਨਸ ਹੋ ਸਕਦੇ ਨੇ। ਇਟਸ ਵੈਰੀ ਕਾਮਨ ਕਿ ਜਿੱਥੇ ਮੰਮੀ ਡੈਡੀ ਦਾ ਜਾਂ ਗ੍ਰੈਂਡ ਪੈਰੈਂਟਸ ਦਾ ਜੇ ਉਹਨਾਂ ਦਾ ਕੋਈ ਮੈਡੀਕਲ ਇਸ਼ੂ ਚੱਲ ਰਿਹਾ ਦੈਨ ਫॉर ਸ਼ੋਰ ਇੱਥੇ ਇੱਕ ਮੈਡੀਕਲ ਇਨਐਡਮਿਸਿਬਿਲਿਟੀ ਦੀ ਗੱਲ ਵੀ ਸ਼ੁਰੂ ਹੋ ਸਕਦਾ। ਉਹਦਾ ਮਤਲਬ ਹੈਗਾ ਕਿ ਕਿਉਂਕਿ ਇਹ ਕੋਈ ਜੋ ਵੀ ਲੌਂਗ ਲਾਸਟਿੰਗ ਮੈਡੀਕਲ ਕੰਡੀਸ਼ਨ ਹੈ ਉਹਦਾ ਵਜ੍ਹਾ ਇੱਕ ਰਿਫਿਊਜ਼ਲ ਮਿਲ ਸਕਦਾ, ਬਟ ਡੈਫੀਨਿਟਲੀ ਸੋਲੂਸ਼ਨਸ ਹੁੰਦੇ ਨੇ। ਕਦੇ ਕਦੇ ਹਿਊਮੈਨਿਟੇਰੀਅਨ ਗੱਲਾਂ ਤੁਸੀਂ ਨਿਕਾਲ ਸਕਦੇ ਨੇ ਜਾਂ ਉਹ ਗੱਲਾਂ ਅਪੀਲ ਦੇ ਵਿੱਚ ਤੁਸੀਂ ਲੜਾਈ ਕਰ ਸਕਦੇ ਨੇ, ਬਟ ਜੇ ਇਹ ਗੱਲਾਂ ਇਨ ਐਡਵਾਂਸ ਤੁਸੀਂ ਜਾਣਦੇ ਨੇ ਤਾਂ ਡੈਫੀਨਿਟਲੀ ਪੂਰਾ ਤਿਆਰੀ ਫਾਲ ਦੇ ਵਿੱਚ ਹੋਣਾ ਚਾਹੀਦਾ ਇਨ ਐਡਵਾਂਸ। ਮੈਂ ਕਹਿ ਰਿਹਾ ਮੋਸਟ ਆਫ ਟਾਈਮ ਉਹ ਬਾਅਦ ਨੂੰ ਪਤਾ ਲੱਗਦਾ ਲਾਈਕ ਮੈਡੀਕਲ ਹੋਣ ਤੋਂ ਬਾਅਦ। ਦੂਜਾ ਸਵਾਲ ਜੋ ਸੀ ਇਹ ਪੈਰੈਂਟ ਗ੍ਰੈਂਡ ਪੈਰੈਂਟ ਦੀ, ਜੈਸੀ ਏਜ ਬੱਚੇ ਦਾ ਉਮਰ ਘੱਟ ਤੋਂ ਘੱਟ 18 ਸਾਲ ਦਾ ਹੋਣਾ ਚਾਹੀਦਾ, 18 years old to be eligible to sponsor, but obviously ਉਮਰ ਤੋਂ ਇਲਾਵਾ ਇਨਕਮ ਵੀ ਰਿਕੁਆਇਰਮੈਂਟਸ ਹੁੰਦੇ ਨੇ, ਸੋ ਉਹ ਵੀ ਸੋਚਣਾ ਪਊਗਾ। ਦੈਟਸ ਫਾਈਨ, ਬਹੁਤ ਸ਼ੁਕਰੀਆ ਸ਼ਾਨ ਜੀ, ਥੈਂਕ ਯੂ। ਸਾਡੇ ਕੋਲ ਅਗਲੇ ਕਾਲਰ ਨੇ, ਤੁਹਾਡਾ ਨਾਮ ਨਹੀਂ ਹੈ ਸਾਡੇ ਕੋਲ ਜੀ, 2989। ਹੈਲੋ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਐਕਚੁਅਲੀ ਕਿਸੇ ਕਾਰਨ ਆਪਣਾ ਨਾਂ ਨਹੀਂ ਦੱਸ ਸਕਦੀ ਜੀ, ਤੇ ਮੇਰਾ ਕੁਐਸਚਨ ਹੈ ਮਤਲਬ ਅਸੀਂ ਇੱਥੇ ਘੱਟੋ ਘੱਟ 22-23 ਸਾਲ ਤੋਂ ਰਹਿ ਰਹੇ ਹਾਂ ਕੈਲਗਰੀ ਵਿੱਚ, ਤੇ ਇੰਡੀਆ ਪਿੱਛੇ ਸਾਡੇ ਚੰਡੀਗੜ੍ਹ ਮਤਲਬ ਬੇਟਾ ਸੀਗਾ, ਉਹਦੀ ਡੈਥ ਹੋ ਗਈ, ਹੁਣ 3 ਮਹੀਨੇ ਹੋ ਗਏ ਆ। ਓਹੋ ਸੌਰੀ। ਤੇ ਪੋਤੀ ਹੈ ਸਾਡੀ, ਮਤਲਬ ਉਹਨਾਂ ਦੀ ਬੇਟੀ ਉਹ ਵੀਲ ਚੇਅਰ ਤੇ ਹੈ, ਠੀਕ ਹੈ, ਤੇ ਮਦਰ ਵੀ ਹੈ ਨਹੀਂ ਨਾਲ ਉਹਦੇ, ਤੇ ਉੱਥੇ ਉਹ ਇਸ ਵੇਲੇ ਜਿਸ ਤਰ੍ਹਾਂ ਕੱਲੀ ਹੈ, ਉਹ ਨੌਕਰਾਣੀ ਜੋ ਹੈਗੀ ਹੈ ਉਹ ਟੇਕ ਕੇਅਰ ਕਰ ਰਹੀ ਹੈ, ਤੇ ਅਸੀਂ ਚਾਹੁੰਦੇ ਹਾਂ ਵੀ ਚਲੋ ਬੱਚਿਆਂ ਰੋਲਣ ਦੇ ਨਾਲੋਂ ਆਪਾਂ ਲੈ ਆਈਏ, ਤੇ ਆਪਾਂ ਕੀ ਕੁਝ ਕਰ ਸਕਦੇ ਹਾਂ ਬੱਚੀ ਵਾਸਤੇ? ਪੁੱਛਦੇ ਹਾਂ ਜੀ ਹੁਣੇ ਜੀ। 25 ਸਾਲ ਦੀ ਹੋ ਗਈ ਏਜ ਉਹਦੀ। ਕਿੰਨੀ ਜੀ? 25 ਸਾਲ। 25 ਸਾਲ ਜੀ, ਹਾਂਜੀ ਹੁਣੇ ਪੁੱਛਦਾ ਜੀ। ਵੀਲ ਚੇਅਰ ਤੇ ਸ਼ੁਰੂ ਤੋਂ ਜਦੋਂ ਦੀ ਹੋਈ ਹੈ ਪ੍ਰੋਬਲਮ 25 ਜੀ ਜੀ, ਦੱਸੋ ਕਿ ਉਹਦੇ ਬਾਰੇ ਕੁਝ। ਐਂਡ ਸੌਰੀ ਇਹ ਬੱਚੀ ਉਹ ਇੰਡੀਆ ਵਿੱਚ ਬੈਠੀ ਆ? ਇੰਡੀਆ, ਹਾਂਜੀ ਚੰਡੀਗੜ੍ਹ, ਹਾਂਜੀ ਇੰਡੀਆ 'ਚ। ਹਾਂਜੀ। ਯਾ ਤੇ ਉਹਦੀ ਮਦਰ ਕਿੱਥੇ ਆ?
ਮਦਰ ਉਹਦੀ ਮਤਲਬ ਪਹਿਲਾਂ ਹੀ ਅਲੱਗ ਰਹਿ ਰਹੀ ਸੀ। Okay. ਟੇਕ ਕੇਅਰ ਨਹੀਂ ਕਰ ਰਹੀ। ਉਹਦੀ ਫਾਦਰ ਸੀਗੇ, ਉਹ ਕਰਦੇ ਸੀਗੇ। ਉਹ ਵੀ ਵਿਚਾਰਾ ਹੁਣ ਚਲੇ ਗਿਆ, 3 ਮਹੀਨੇ ਹੋ ਗਏ, ਖਤਮ ਹੋ ਗਿਆ। I think, ਬੱਚੀ ਆ ਹੁਣ ਰੁੱਲ ਜਾਏਗੀ। No, I understand. Okay, so generally speaking, ਇੱਕ ਤਰੀਕਾ ਹੁੰਦਾ ਜਿੱਥੇ ਤੁਸੀਂ ਫੈਮਿਲੀ ਸਪਾਂਸਰਸ਼ਿਪ ਕਰ ਸਕਦੇ ਨੇ। Now, ਮੈਂ ਹੁਣ ਪੂਰਾ ਕਹਾਣੀ ਬਾਰੇ obviously ਅਸੀਂ ਰੇਡੀਓ ਤੇ ਨਹੀਂ ਗੱਲ ਕਰਨਾ। ਮੇਰਾ ਸਟਰੋਂਗ ਸੁਜੈਸ਼ਨ honestly ਹੈਗਾ ਕਿ ਤੁਸੀਂ ਆਫਿਸ ਨਾਲ ਤੁਸੀਂ ਇੱਕ ਕੰਸਲਟੇਸ਼ਨ ਕਰੋ, ਕਿਉਂਕਿ at least ਉੱਥੇ ਅਸੀਂ ਪੂਰਾ ਗੱਲ ਕਰ ਸਕਦੇ ਨੇ ਜੋ ਡਿਟੇਲਸ ਹੈਗੇ ਨੇ। ਹਾਈ ਲੈਵਲ ਦੋ ਮੈਂ ਨਾ ਕਹਿ ਸਕਦਾ ਸ਼ਾਇਦ ਵੀਜ਼ਾ ਦੇ ਨਾਲ ਕੋਈ ਫੈਮਿਲੀ ਕੇਸ ਅਸੀਂ ਸ਼ੁਰੂ ਕਰ ਸਕਦੇ ਨੇ ਜਾਂ ਬਾਅਦ ਨੂੰ ਫੈਮਿਲੀ ਸਪਾਂਸਰਸ਼ਿਪ। ਐਂਡ ਅਗੇਨ ਇਹ ਡੈਫੀਨਿਟਲੀ ਕਿਉਂਕਿ ਆਮ ਸ਼ੋਰ ਤੁਸੀਂ ਜਾਣਦੇ ਨੇ ਕਿ ਤੁਸੀਂ ਆਪਣੇ ਪੋਤਾ ਜਾਂ ਪੋਤੀ ਨੂੰ ਤੁਸੀਂ ਆਪਣੇ ਆਪ ਸਪਾਂਸਰ ਨਹੀਂ ਕਰ ਸਕਦੇ ਨੇ। ਉਹਨਾਂ ਦੇ ਨਾਲੋਂ ਆਪਾਂ ਲੈ ਆਈਏ ਉਹਨੂੰ। ਚਲੋ ਤੁਸੀਂ ਇਹਨਾਂ ਦੇ ਨਾਲ ਸ਼ੋਰੀ ਸਾਹਿਬ ਦੇ ਦਫ਼ਤਰ 'ਚ ਇਹਨਾਂ ਨਾਲ ਸੰਪਰਕ ਕਰ ਲਓ। ਹਾਂਜੀ ਠੀਕ ਹੈ ਜੀ, ਠੀਕ ਹੈ ਜੀ। ਅਸੀਂ ਉੱਥੇ ਆ ਕੇ ਫਿਰ ਬੈਠ ਕੇ ਆਪਾਂ ਗੱਲ ਕਰਾਂਗੇ ਜੀ। ਠੀਕ ਹੈ, ਥੈਂਕ ਯੂ ਜੀ, ਬਹੁਤ ਮਿਹਰਬਾਨੀ। ਰਘੁਵਿੰਦਰ ਅਗਲੇ ਕਾਲਰ ਸਾਡੇ ਜੀ। ਹੈਲੋ ਜੀ ਰਘੁਵਿੰਦਰ ਜੀ। ਹਾਂਜੀ, ਮੈਂ ਇਹੀ ਕੁਐਸਚਨ ਸੀਗਾ ਮੇਰਾ। ਮੈਂ ਕੰਸਟਰਕਸ਼ਨ ਫੀਲਡ ਦੀ ਅਪਡੇਟ ਪੁੱਛਣੀ ਸੀ, ਕਿਉਂਕਿ ਮੈਂ ਰਾਈਟ ਨਾਓ ਫਰੇਮਰ ਹੈਲਪਰ ਦਾ ਕੰਮ ਕਰ ਰਿਹਾ ਤੇ ਮੇਰਾ ਸਾਲ ਦਾ ਐਕਸਪੀਰੀਅੰਸ ਆਲਮੋਸਟ ਡਨ ਹੋ ਗਿਆ। ਮੇਰੀ ਇੱਥੇ ਪੜ੍ਹਾਈ ਵਗੈਰਾ ਕੀਤੀ ਵੀ ਹੈ ਜੀ। ਬਿਜ਼ਨਸ ਦੇ ਵਿੱਚ ਮੇਰਾ ਕੋਲ ਪੋਸਟ ਗ੍ਰੈਜੂਏਟ ਹੈਗਾ ਤੇ ਮੇਰਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮੇਰਾ ਐਕਸਪਾਇਰ ਹੋ ਗਿਆ ਸੀ ਸਿਰਫ ਐਕਸਪੀਰੀਅੰਸ ਕਰਤਾ ਕਰਦੇ ਟਰੱਕਿੰਗ ਦੇ ਵਿੱਚ। ਤੇ ਉਦੋਂ ਫਿਰ ਰੂਲ ਚੇਂਜ ਹੋ ਗਏ, ਹੁਣ ਟਰੱਕਿੰਗ 'ਚ PR ਨਿਕਲਦੇ ਨਹੀਂ। ਫਿਰ ਮੈਂ LMI ਲਈ ਸੀ, ਸਾਲ ਦਾ ਐਕਸਪੀਰੀਅੰਸ ਮੇਰਾ ਡਨ ਹੋ ਗਿਆ। ਵੀ ਉਹਦੇ 'ਚ ਕੋਈ ਚਾਂਸ ਹੈਗਾ ਨਹੀਂ ਇਨ ਫਿਊਚਰ? ਤੁਹਾਡਾ ਕੰਸਟਰਕਸ਼ਨ ਕੰਮ ਤੁਸੀਂ LMI ਥਰੂ ਕਰ ਰਹੇ ਨੇ? ਹਾਂਜੀ। Yeah, I mean, I think chance to ਜ਼ਰੂਰ ਹੈਗਾ। It really comes down to Alberta opportunity stream, ਕਿਉਂਕਿ ਮੇਰਾ ਡਰ ਇਹ ਸੀ ਕਿ ਤੁਸੀਂ ਹਜੇ ਵੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਕੰਮ ਕਰ ਰਹੇ ਸੀ। ਨਹੀਂ ਜੀ, ਹੁਣ ਤਾਂ LMI ਪਿਛਲੇ ਸਾਲ ਲੈ ਲਈ ਸੀਗੀ ਮੈਂ। I think chance ਹੈਗੀ। I think ਜੋ ਵੀ ਬੰਦੇ ਕੰਸਟਰਕਸ਼ਨ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ, so long as ਉਹ ਇੰਗਲਿਸ਼ ਰਿਕੁਆਇਰਮੈਂਟਸ ਮਿਲ ਸਕਦੇ ਨੇ, ਕਿ definitely chances ਹੋ ਸਕਦੇ ਨੇ। ਕਿਉਂਕਿ provincial and federally quite frankly ਸਰਕਾਰ ਨੇ ਇਹ ਇਸ਼ਾਰਾ ਦਿੱਤਾ ਕਿ provincially ਉਹਨੇ actually notice ਦਿੱਤਾ ਕਿ ਕੰਸਟਰਕਸ਼ਨ ਫੀਲਡ ਦੇ ਵਿੱਚ ਜੋ ਬੰਦੇ ਕੰਮ ਕਰ ਰਹੇ ਨੇ ਉਹ ਪ੍ਰਾਇੋਰਟੀ ਇੰਡਸਟਰੀ ਹੈਗੀ ਆ। and federally ਉਹ ਜਨਰਲੀ ਇਹ ਗੱਲ ਕਰ ਰਹੇ ਨੇ ਕਿ ਅਸੀਂ ਕੰਸਟਰਕਸ਼ਨ ਫੀਲਡ ਥਰੂ ਵੀ ਇਹ ਪ੍ਰਾਇੋਰਟੀ ਡਰਾਸ ਕਰਨਾ ਚਾਹੁੰਦੇ ਨੇ। ਬਟ ਆਈ ਡੋਂਟ ਨੋ ਕਿ ਲਾਸਟ ਕੰਸਟਰਕਸ਼ਨ ਡਰਾ ਕਦੋਂ ਹੋਇਆ ਸੀ। ਐਟ ਲੀਸਟ ਪ੍ਰੋਵਿੰਸ਼ਲੀ ਉਹ ਤਾਂ ਹੋ ਰਹੇ ਨੇ, ਰਾਈਟ? ਸੋ ਆਈ ਥਿੰਕ ਬਸ ਥੋੜਾ ਜਿਹਾ ਸਬਰ ਦੀ ਗੱਲ ਹੁੰਦੀ ਆ, ਬਟ 1 ਸਾਲ ਕੰਮ ਕਰਨ ਤੋਂ ਬਾਅਦ ਆਬਵੀਅਸਲੀ ਇੱਥੇ ਗੱਲ ਸ਼ੁਰੂ ਹੋ ਜਾਂਦੀ ਆ। ਠੀਕ ਹੈ ਜੀ, ਬੜੀ ਮਿਹਰਬਾਨੀ ਜੀ। ਤੇ ਕੁਝ ਸਵਾਲ ਵੀ ਨੇ ਜਤਿਨ ਜੀ। ਤੇ ਹਾਂ, ਅਰਵਿੰਦ ਜੀ ਦਾ ਕੁਐਸਚਨ ਹੈ ਜੀ। ਉਹ ਕਹਿੰਦੇ ਕਿ ਮੇਰੇ ਅੰਕਲ ਦੀ ਸਿਟੀਜ਼ਨਸ਼ਿਪ ਇਜ਼ ਨਾਟ ਅਪਡੇਟ ਆਫਟਰ ਲਾਸਟ ਈਅਰ ਜਨਵਰੀ 25 ਫਿੰਗਰਪ੍ਰਿੰਟਸ ਹੋ ਗਏ ਸਨ ਤੇ IRCC ਨੂੰ ਕਾਲ ਕਰਨੀ ਚਾਹੀਦੀ ਹੈ ਕਿ ਵੇਟ ਕਰਨਾ ਚਾਹੀਦਾ ਜੀ? Call them. I mean, usually okay, like I think a processing time in January last year or ਸ਼ਾਇਦ 16 ਮਹੀਨੇ ਦਾ ਸੀ। I think ਅੱਜ ਕੱਲ੍ਹ ਉਹ ਕਹਿੰਦੇ ਉਸ ਟਾਈਮ ਤੋਂ ਕੱਟ ਵੀ ਹੈਗੇ ਨਾ। It's almost 1 year I guess। ਅਜੇ ਤਾਂ 16 ਹੋਏ ਨਹੀਂ ਫਿਰ। Yeah, I know, but it doesn't hurt ਕਿਉਂਕਿ ਜੇ ਕਹਿੰਦੇ ਕਿ ਉਹਨਾਂ ਦਾ fingerprinting January 2025 ਵਿੱਚ ਹੋਇਆ ਸੀ। I'm guessing ਕਿ ਉਸ ਤੋਂ ਪਹਿਲੇ ਉਹਨਾਂ ਨੇ ਫਾਈਲ ਲਗਾਇਆ ਸੀ ਜੀ। So if you think you're in that 16-month window, then yeah, ਉਸ ਤੋਂ ਬਾਅਦ sorry, like it's longer than 16 months, ਤੁਸੀਂ ਕਰ ਲਓ ਉਹਨਾਂ ਨੂੰ ਫੋਨ, ਕੋਈ ਇਸ਼ੂ ਨਹੀਂ ਆ। ਜਾਂ ਤੁਸੀਂ ਫੋਨ ਕਰ ਸਕਦੇ ਆ ਜੀ। ਤੇ ਇੱਕ ਸਵਾਲ ਹੋਰ ਹੈ ਜੀ, ਅਬਦੁਲ ਹੋਣਾ ਦਾ ਸਵਾਲ ਹੈ ਜੀ। ਉਹ ਕਹਿੰਦੇ ਕਿ ਜੇ ਕਿਸੇ ਕੋਲ ਬੈਚਲਰਸ ਇਨ ਐਜੂਕੇਸ਼ਨ ਦੀ ਡਿਗਰੀ ਹੈ, BEd ਦੀ ਡਿਗਰੀ ਹੈ ਤੇ ਪ੍ਰੈਜ਼ੈਂਟਲੀ ਉਹ ਓਵਰਸੀਜ਼ ਪੜ੍ਹਾ ਰਿਹਾ ਹੈ, ਤਾਂ ਕੈਨ ਹੀ ਅਪਲਾਈ ਇਨ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਐਂਡ ਇਫ ਟੀਚਿੰਗ ਪ੍ਰੋਫੈਸ਼ਨ ਇਜ਼ ਇਨ ਦ ਲਿਸਟ ਇਨ ਅਲਬਰਟਾ ਹੈਗੀ ਹੈ ਡਿਮਾਂਡ ਉਸਦੀ ਕਿ ਨਹੀਂ ਹੈ ਜੀ? Sorry, studies overseas ਹੋ ਰਹੇ ਨੇ? ਨਹੀਂ, ਪੜ੍ਹਾ ਓਵਰਸੀਜ਼ ਰਹੇ ਨੇ। Oh, he's working overseas. Working overseas, ਹਾਂਜੀ। Okay, so as of today, express entry ਦੇ ਵਿੱਚ 3 categories ਹੈਗੇ ਨੇ, right? Canadian experience class, federal skilled worker, federal skilled trades. As of now, ਅਸੀਂ ਹੁਣ ਫੈਡਰਲ ਸਕਿਲਡ ਵਰਕਰ ਦਾ ਕੋਈ ਡਰਾ ਨਹੀਂ ਦੇਖਿਆ। ਬੇਸਿਕਲੀ ਫੈਡਰਲ ਸਕਿਲਡ ਵਰਕਰ ਉਹ ਬੰਦੇ ਦੇ ਹੁੰਦੇ ਨੇ ਮੋਸਟ ਆਫ ਦ ਟਾਈਮ ਐਟ ਲੀਸਟ ਜੋ ਕੈਨੇਡਾ ਤੋਂ ਬਾਹਰ
अपना काम दा एक्सपीरियंस बना रहे ने. So I would say हजे तक उन्होंने वो प्रोग्राम बंद नहीं किया, but at the same time say वो प्रोग्राम through वो draws नहीं कर रहे ने. Mostly वो Canadian experience the focus है गया. So जो बंदे इतने काम कर रहे ने Canada विच उन्होंने priority मिल रही है. ਓਕੇ ਸੋ ਉਹਨਾਂ ਦੀ ਪ੍ਰਾਇੋਰਟੀ ਨਹੀਂ ਹੈਗੀ. No. ਤੇ ਇੱਕ ਅਮਨ ਦਾ ਸਵਾਲ ਹੈ ਜੀ. ਉਹ ਕਹਿੰਦੇ ਕਿ ਮੈਂ BCA ਕੀਤੀ ਆ ਫॉर 3 years ਡਿਗਰੀ ਹੈ ਇਨ ਇੰਡੀਆ. 2 ਸਾਲ ਦਾ ਬਿਜ਼ਨਸ ਐਂਡ ਮੈਨੇਜਮੈਂਟ ਦਾ ਮੇਰੇ ਕੋਲ ਤਜਰਬਾ ਹੈ ਕੈਨੇਡਾ ਦੇ ਵਿੱਚ. PTE ਸਕੋਰ 59 ਹੈ ਤੇ ਰੀਸੈਂਟਲੀ ਗॉट 3 years ਪੋਸਟ ਗ੍ਰੈਡ ਵਰਕ ਪਰਮਿਟ ਤੇ ਹੁਣ ਮੈਂ ਜੌਬ ਕਰ ਰਿਹਾ ਬੂਚਰ ਦੀ ਮੀਟ ਸ਼ਾਪ ਦੇ ਉੱਤੇ. ਕੋਈ ਚਾਂਸ ਹੈ PR ਦਾ ਅਲਬਰਟਾ ਦੇ ਵਿੱਚ? I don't know. The only reason is because okay, I don't have off the top of my mind कि जे butcher या a food and beverage ਦੇ ਵਿੱਚ ਮਤਲਬ ਉਹ category ਮਿਲਦਾ ਜਾਂ ਨਹੀਂ, ਕਿਉਂਕਿ I guess ਉਹ whole list online ਹੈਗੇ. So I don't have it off the top of my head, but I know this. ਜੇ ਤੁਸੀਂ ਹੁਣ AAIP ਉਹਨਾਂ ਦਾ specific industries ਜਿਹਦੇ ਉੱਤੇ government on immigration PNP system which all focus kar rahe hain, you can find all the knock codes, different industries that your knock codes hai. So could be food and beverage, it could be hospitality. Well, I don't think it'll go hospitality, so maybe more food and beverage. Yeah, manufacturing which be ho sakta. You're going to have to look at it online. ਤੇ ਰੂਰਲ ਏਰੀਆ 'ਚ ਵੀ ਨਹੀਂ ਕੋਈ ਇਹਨਾਂ ਦਾ ਬਣ ਸਕਦਾ ਜੀ? Rural renewal has changed a lot. Okay. And there's a lot more requirements now. Okay. किसी दा rural renewal the sponsorship करना चाहते हैं. क्योंकि इतना ज़्यादा as usual fraud शुरू हो गया सी. Okay. So I don't think it's that clear anymore. जी. ਤੇ ਅਗਲਾ ਇੱਕ ਸਵਾਲ ਹੈਗਾ ਜੀ. ਇਹਨਾਂ ਨੇ ਨਾਂ ਨਹੀਂ ਲਿਖਿਆ ਆਪਣਾ. ਇਹ ਕਹਿੰਦੇ ਕਿ ਇਜ਼ ਇਟ ਟਰੂ ਕਿ ਇਫ ਯੂ ਸਪੋਂਸਰ ਯੂਰ ਪੇਰੈਂਟਸ ਐਂਡ ਦੇ ਬਿਕਮ PR in parents program they are not eligible for any provincial help, can't get pension for first 20 years? So I don't know about the pension piece, but ਅਸੀਂ ਹੁਣ ਇਹ in ਨਵਾਂ ਹੁਣ policy ਅਸੀਂ ਦੇਖ ਰਹੇ ਨੇ. I don't know if it's official or not, but usually ਕੀ ਹੁੰਦਾ ਕਿ ਜਦੋਂ ਵੀ ਤੁਸੀਂ for example spouse ਜਾਂ parent whatever, but 2016 ਤੋਂ ਤਾਂ 20 years ਦਾ ਕਰ ਹੀ ਦਿੱਤਾ ਉਹਨਾਂ ਨੇ. Well then I missed that official notice. What I'm saying is what happens now is ਜਦੋਂ ਵੀ ਕੋਈ ਨਵਾਂ PR family sponsorship to ਇੱਥੇ ਆਉਂਦੇ ਨੇ, let's say they go to the government for any benefit, right? Like AISH for example. ਹੁਣ ਗਵਰਨਮੈਂਟ ਪ੍ਰੋਵਿੰਸ਼ੀਅਲੀ ਉਹ ਤੁਹਾਡੇ ਸਟੇਟਸ ਤੇ ਹਿਸਟਰੀ ਬਾਰੇ ਉਹ ਇਨਫੋਰਮੇਸ਼ਨ ਉਹ ਪੁੱਛਦੇ ਨੇ. ਐਂਡ ਜੇ ਉਹਨਾਂ ਨੂੰ ਪਤਾ ਲੱਗਦਾ ਕਿ ਤੁਹਾਡਾ ਸਪਾਂਸਰਸ਼ਿਪ ਬਣ ਕੇ ਤੁਸੀਂ ਇੱਥੇ ਆਏ ਨੇ, then they will say no, you don't have access to, ਕਿਉਂਕਿ ਹੁਣ ਇਹ ਸਾਰੀ ਜ਼ਿੰਮੇਵਾਰੀਆਂ ਤੁਹਾਡੇ ਸਪਾਂਸਰ ਦੇ ਉੱਤੇ ਹੋਣਾ ਚਾਹੀਦਾ, ਕਿਉਂਕਿ ਸਪਾਂਸਰ ਨੇ ਇਹ ਫੈਡਰਲ ਅੰਡਰਟੇਕਿੰਗ ਸਾਈਨ ਕੀਤਾ ਸੀ ਕਿ ਅਸੀਂ ਜਿਹਦਾ ਵੀ ਜਿਨ੍ਹਾਂ ਨੇ ਉਹਨਾਂ ਨੇ ਇੱਥੇ ਬੁਲਾਇਆ ਸੀ ਉਹਨਾਂ ਦਾ ਅਸੀਂ ਪੂਰਾ ਵੈਲਫੇਅਰ ਸੰਭਾਲ ਲਾਂਗੇ. ਜੀ ਬਿਲਕੁਲ. So we are seeing that, yes, practically speaking, and it's a bit frustrating ਕਿਉਂਕਿ ਇੱਕ PR ਬਣ ਕੇ ਤੁਹਾਡਾ access ਕਿੱਦਾਂ ਨਹੀਂ ਹੋ ਸਕਦਾ, but it seems like that's the position these provincial programs are taking right now. ਜੀ. ਤੇ ਇੱਕ ਹੋਰ ਕੁਐਸਚਨ ਹੈ ਜੀ. ਕਹਿੰਦੇ ਕਿ ਮੈਂ ਮਨਜੀਤ ਦਾ ਇਹ ਕੁਐਸਚਨ ਹੈ ਜੀ ਕਿ ਮੈਂ ਵਰਕ ਪਰਮਿਟ ਤੇ ਹਾਂ ਤੇ ਮੈਂ ਸਟੀਲ ਕੰਪਨੀ 'ਚ ਇਸ ਵੇਲੇ ਆਈ ਐਮ ਵਰਕਿੰਗ ਇਨ ਅ ਸਟੀਲ ਕੰਪਨੀ. ਇਜ਼ ਦੇयर ਐਨੀ ਪੋਸੀਬਿਲਿਟੀ ਟੂ ਗੈਟ PR? I mean, it totally depends. To get a position like an administrative CEO. Yeah. ਹਾਂਜੀ ਪਤਾ ਨਹੀਂ ਤੁਸੀਂ. ਹਾਂਜੀ. I think ਜੇ ਤੁਸੀਂ industry ਦੇ ਬਾਰੇ ਗੱਲ ਕਰਦੇ ਨੇ, sure, that's a starting point. But eventually it's about ਕਿ ਤੁਹਾਡਾ position ਵੀ ਕੀ ਹੈਗੇ ਉਸ field ਦੇ ਵਿੱਚ, ਉਸ industry ਦੇ ਵਿੱਚ, right? Right ਜੀ. ਜੀ. So, and this information is online. Okay. ਤੇ ਇਹ ਆਨਲਾਈਨ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਜੀ. ਇੱਕ ਕੁਐਸਚਨ ਆਇਆ ਜੀ ਕਿ ਉਹ ਕਹਿੰਦੇ ਕਿ ਮੈਂ ਆਈ ਐਮ 45 years old ਤੇ ਮੈਨੂੰ ਓਪਨ ਵਰਕ ਪਰਮਿਟ ਮਿਲਿਆ ਸੀ ਵਿਆ ਬ੍ਰਿਜਿੰਗ ਪ੍ਰੋਸੈਸ. Before this, I was working on LMIA as a cook at a restaurant. At present, I am not working anywhere, looking for a job. So what are the options available to get PR?
ਜੇ ਤੁਸੀਂ ਬ੍ਰਿਜਿੰਗ ਓਪਨ ਵਰਕ ਪਰਮਿਟ ਤੇ ਹੈਗੇ ਨੇ ਆਮ ਗੈਸਿੰਗ ਕਿ ਤੁਸੀਂ PR ਸਟਰੀਮ ਵਿੱਚ ਮਤਲਬ ਤੁਹਾਡਾ ਕੋਈ ਐਪਲੀਕੇਸ਼ਨ ਚੱਲ ਰਿਹਾ ਕਿਉਂਕਿ ਬ੍ਰਿਜਿੰਗ ਓਪਨ ਵਰਕ ਪਰਮਿਟ ਦਾ ਬੇਸਿਕ ਤੁਹਾਡਾ ਕੋਈ PR ਐਪਲੀਕੇਸ਼ਨ ਹੋਣਾ ਚਾਹੀਦਾ ਜੇ ਤੁਸੀਂ ਬ੍ਰਿਜਿੰਗ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਬਣਾਈ ਆ ਮੇਬੀ ਦੇ ਮੈਂਟ ਵਲਨਰੇਬਲ ਓਪਨ ਵਰਕ ਪਰਮਿਟ ਉਹ ਵੀ ਹੋ ਸਕਦਾ ਸ਼ਾਇਦ ਜੇ ਤੁਸੀਂ PR ਦੇ ਬਾਰੇ ਗੱਲ ਪੁੱਛ ਰਹੇ ਨੇ ਬਟ look long story short I'll say this ਜੇ ਤੁਸੀਂ ਹੁਣ bridging open work permit ਤੇ ਹੈਗੇ ਨੇ right obviously ਤੁਹਾਡਾ PR application ਇੱਕ ਕੰਮ ਤੇ basis ਤੇ ਹੋਇਆ ਸੀ ਕੋਈ economic reason ਜੇ ਤੁਸੀਂ ਹੁਣ ਕੰਮ ਉੱਥੇ ਨਹੀਂ ਕਰ ਰਹੇ ਨੇ then ਤੁਹਾਡਾ ਤੁਹਾਡਾ permanent residency application ਉਹ ਜ਼ਰੂਰ refuse ਕਰ ਸਕਦੇ ਨੇ that's the bigger issue ਜੇ ਤੁਸੀਂ ਕਹਿੰਦੇ ਕਿ ਤੁਸੀਂ ਹੁਣ ਉਹ same business ਦੇ ਵਿੱਚ ਜਾਂ same field ਵਿੱਚ ਤੁਸੀਂ ਕੰਮ ਨਹੀਂ ਕਰ ਰਹੇ ਨੇ ਜੀ ਤੇ ਮੇਰਾ ਖਿਆਲ ਹੈ ਜੀ ਇੱਕ ਓਕੇ ਤੇ ਰੈਸਟੋਰੈਂਟ ਕਲੋਜ਼ ਹੋ ਗਿਆ ਸੀ ਕਹਿੰਦੇ ਇਸ ਕਰਕੇ ਫਿਰ ਸਾਨੂੰ ਓਪਨ ਵਰਕ ਪਰਮਿਟ ਮਿਲਿਆ ਸੀ So maybe vulnerable open work permit ਮਿਲਿਆ ਸੀ then if they're on a vulnerable open work permit ਫਿਰ ਵੀ I guess main point ਇਹ ਹੈਗੀ ਕਿ it's the same options as everyone else express entry Canadian experience class ਜਾਂ provincial nominee program ਉਹ ਸਾਰੇ ਮਤਲਬ ਰਾਸਤੇ ਹਜੇ ਵੀ ਹੈਗੇ ਨੇ ਉਹਨਾਂ ਦੇ ਕੋਲ ਰਾਈਟ ਜੀ ਤੇ ਗਗਨ ਦਾ ਮੈਸੇਜ ਆ ਜੀ ਕਿ ਉਹ ਕਹਿੰਦੇ ਕਿ ਮਾਈ ਪੇਰੈਂਟਸ ਆਰ ਆਲਰੇਡੀ ਇਨ ਕੈਨੇਡਾ ਔਨ ਸੁਪਰ ਵੀਜ਼ਾ ਕੀ ਅਸੀਂ ਉਹਨਾਂ ਦਾ HNC ਇਨਸਾਈਡ ਕੈਨੇਡਾ ਕਰ ਸਕਦੇ ਹਾਂ ਅਪਲਾਈ ਤੇ ਜੇ ਇੱਦਾਂ ਕਰਦੇ ਹਾਂ ਤਾਂ ਵਿਲ ਇਟ ਹੈਵ ਐਨੀ ਇੰਪੈਕਟ ਔਨ ਦੇਅਰ ਸੁਪਰ ਵੀਜ਼ਾ HNC ਤੁਸੀਂ ਕਰ ਸਕਦੇ ਨੇ but understand ਕਿ ਹੁਣ humanitarian compassion application stream ਦੇ ਵਿੱਚ 10 ਸਾਲ the processing time ਚੱਲ ਰਿਹਾ 10 years 10 ਸਾਲ HNC yeah so I can give some background I guess on this but ਮੈਨੂੰ ਲੱਗ ਰਿਹਾ ਕਿ immigration ਦੇ ਵਿੱਚ ਉਹਨੇ ਕਾਫੀ officers immigration officers ਜੋ humanitarian compassionate assessments ਕਰਦੇ ਸੀ ਉਹਨਾਂ ਨੂੰ ਹੁਣ deportation ਦਾ stream ਵਿੱਚ ਬਿਠਾਤਾ shift ਕਰਾਤਾ ਕਿਉਂਕਿ this week I think ਇੱਕ ਬਹੁਤ ਵੱਡੀ legislative change ਹੋਗਾ immigration ਦੇ ਵਿੱਚ through what is called Bill C-12 and ਇਹਦੇ ਵਿੱਚ ਕਾਫੀ ਹੁਣ ਵੱਡਾ like ਵੱਡੇ changes ਹੋਣ ਵਾਲੇ ਨੇ with immigration especially in deportations so ਕਿਉਂਕਿ ਉਹਨਾਂ ਨੇ internally resources shift ਕਰਤਾ ਨਾਲ levels plan ਜੋ ਹਰ ਸਾਲ announcement ਕਰਦੇ ਨੇ ਉਹ ਕਹਿ ਰਹੇ ਨੇ ਕਿ maybe approximately 1,000 maybe 2,000 humanitarian files ਨੂੰ ਅਸੀਂ approve ਕਰਨ ਨੂੰ ਤਿਆਰ ਹੈਗੇ ਨੇ what that means is the processing time is very long so that's the first piece second ਗੱਲ ਇਹ ਹੈਗੇ ਕਿ I think yes ਜਦੋਂ ਵੀ ਤੁਸੀਂ ਹੁਣ ਕੋਈ ਵੀ PR application ਲਾਉਂਦੇ ਨੇ ਤੁਹਾਡਾ ਜੋ ਵੀ temporary applications ਹੈਗੇ ਨੇ super visa work permit study permit whatever ਉਹਦੇ ਵਿੱਚ ਇਹ ਗੱਲ definitely ਹੁੰਦੀ ਹੈ ਕਿ ਤੁਸੀਂ ਇੱਥੇ temporary purpose ਵਾਸਤੇ ਇੱਥੇ ਆਏ ਨੇ ਫਿਰ ਜੇ ਤੁਸੀਂ ਨਾਲ permanent residency ਦਾ ਕੋਈ application ਤੁਸੀਂ ਲਗਾਉਂਦੇ ਨੇ ਫਿਰ ਉਹ temporary ਗੱਲਾਂ ਹੁਣ ਉਹਨੂੰ ਥੋੜ੍ਹਾ ਜਿਹਾ ਹੋਰ explain ਕਰਨਾ ਪਊਗਾ ਕਾਨੂੰਨ ਵਿੱਚ ਇਹ ਗੱਲ clear ਕਿ just because ਤੁਹਾਡੇ ਕੋਈ PR application ਨਾ ਚੱਲ ਰਿਹਾ ਉਹਦਾ ਮਤਲਬ ਇਹ ਨਹੀਂ ਹੈਗਾ ਕਿ automatically ਤੁਸੀਂ ਇੱਥੇ temporary basis ਤੇ ਨਹੀਂ ਰਹਿਣ ਨੂੰ ਤਿਆਰ ਹੈਗੇ ਨੇ ਜਾਂ ਤੁਸੀਂ rules follow ਤੁਸੀਂ ਨਹੀਂ rules follow ਕਰਾਂਗੇ but nonetheless the question was does it have any impact yes ਉਹਦੇ ਉੱਤੇ definitely ਕੋਈ impact ਹੋ ਸਕਦਾ ਓਕੇ ਤੇ ਮੇਰਾ ਖਿਆਲ ਇੱਕ ਸਵਾਲ ਹੋਰ ਹੈਗਾ ਜੀ ਓਕੇ ਹੋ ਗਿਆ ਜੀ ਫਾਈਨਲ ਵਰਡਸ ਅਖੀਰ 'ਚ ਕੀ ਕਹਿਣਾ ਚਾਹੋਗੇ nothing much generally speaking ਜੇ ਅਸੀਂ ਹੁਣ trends ਥੋੜ੍ਹਾ ਜਿਹਾ ਦੇਖਦੇ ਨੇ economic immigration ਤੋਂ ਇਲਾਵਾ I think deportations are number 1 ਜੋ ਸਾਡੇ ਹੁਣ ਆਫਿਸ ਵਿੱਚ ਆ ਰਹੇ ਨੇ appeals number 1 visitor visa refusals work permits study permits ਜੋ ਵੀ ਗੱਲ ਹੈਗੀ so this is what I'm saying now ਜੇ ਤੁਹਾਡਾ ਕੋਈ appeal ਜਾਂ ਕੋਈ refusal ਮਿਲਿਆ definitely ਅਸੀਂ ਪੂਰਾ ਤਿਆਰ ਹੈਗੇ ਨੇ we can help you out ਜਦੋਂ ਵੀ ਕੋਈ ਸਵਾਲ ਹੈਗਾ ਤੁਸੀਂ ਸਾਡੇ ਆਫਿਸ ਨੂੰ ਫੋਨ ਕਰ ਲਓ 403-216-1199 ਜਾਂ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਤੇ ਤੁਸੀਂ ਸ਼ੋਰੀ ਲਾਓ ਤੁਸੀਂ ਲੱਭ ਸਕਦੇ ਨੇ and we'll happily get in contact to help ਜੀ ਤੇ ਟੈਲੀਫੋਨ ਨੰਬਰ ਕੋਈ ਦੇ ਦਿਓ ਜੀ ਆਪਣਾ ਜਿਹੜਾ ਉਹ 1199 403-216-1199 403-216-1199 216-1199 ਤੇ ਤੁਸੀਂ ਸ਼ੋਰੀ ਸਾਹਿਬ ਦੇ ਆਫਿਸ 'ਚ ਫੋਨ ਕਰਕੇ ਅਪਾਇੰਟਮੈਂਟ ਵੀ ਲੈ ਸਕਦੇ ਹੋ ਤੁਸੀਂ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਜੀ ਬਹੁਤ ਸ਼ੁਕਰੀਆ ਸ਼ੋਰੀ ਸਾਹਿਬ ਥੈਂਕ ਯੂ ਵੈਰੀ ਮਚ ਫॉर ਜੁਆਇਨਿੰਗ ਅਸ ਥੈਂਕ ਯੂ